गुड मॉर्निंग बच्चों। ਅੱਜ ਆਪਾਂ +2 ਟੈਕਸੇਸ਼ਨ ਪ੍ਰੈਕਟਿਸ ਦਾ ਪੇਪਰ 3 ਫੰਡਾਮੈਂਟਲਸ ਆਫ ਇਨਕਮ ਟੈਕਸ ਦਾ ਚੈਪਟਰ ਕਰ ਰਹੇ ਸੀ। ਚੈਪਟਰ ਦਾ ਨਾਮ ਸੀ ਐਡਵਾਂਸ ਟੈਕਸ ਯਾਨੀ ਕਿ ਕਰ ਦਾ ਅਗੇਤਾ ਭੁਗਤਾਨ। ਇਸ ਚੈਪਟਰ ਵਿੱਚ ਆਪਾਂ ਹਜੇ ਤੱਕ ਇੰਟਰੋਡਕਸ਼ਨ, ਉਹਦਾ ਮੀਨਿੰਗ, ਕਿਹੜੇ ਲੋਕੀ ਐਡਵਾਂਸ ਟੈਕਸ ਭਰਦੇ ਹੈ ਅਤੇ ਅੱਗੇ ਉਹਨਾਂ ਦਾ ਸਮਾਂ ਸਾਰਣੀ, ਇੱਕ ਕੰਪਨੀ ਅਸੈਸੀ, ਇੱਕ ਕੀ ਕਹਿੰਦੇ ਆ ਇਹਨੂੰ ਸਰਕਾਰੀ ਵਿਭਾਗ, ਅਤੇ ਇੱਕ ਅਦਰ ਦੈਨ ਕੰਪਨੀ ਅਸੈਸੀ ਨੇ ਕਿੱਦਾਂ ਪੇਮੈਂਟ ਕਰਨੀ ਹੈ ਐਡਵਾਂਸ ਟੈਕਸ ਦੀ। ਅਤੇ ਇਸ ਤੋਂ ਬਾਅਦ ਆਪਾਂ ਕੀਤਾ ਸੀ ਇਹ ਹੋਰ ਪ੍ਰੋਵੀਜ਼ਨਸ ਯਾਨੀ ਕਿ ਜਨਰਲ ਪ੍ਰੋਵੀਜ਼ਨਸ ਕਿ ਕਿਹੜੇ ਚਲਾਨ ਦੇ ਰਾਹੀਂ ਐਡਵਾਂਸ ਟੈਕਸ ਭਰਿਆ ਜਾਂਦਾ ਵੈ, ਕਿਹੜੇ ਬੈਂਕ ਵਿੱਚ, ਕਿਹੜੇ ਦਿਨ, ਕਿਸ ਤਰ੍ਹਾਂ, ਅਗਰ ਆਪਾਂ ਔਨਲਾਈਨ ਬੈਂਕਿੰਗ ਨਾਲ ਭਰ ਰਹੇ ਹਾਂ ਤਾਂ ਕਿੱਦਾਂ ਭਰ ਰਹੇ ਹਾਂ, ਨੈੱਟ ਬੈਂਕਿੰਗ ਨਾਲ ਅਗਰ ਆਪਾਂ ਪੇਮੈਂਟ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਹਜੇ ਤੱਕ ਇਸ ਕਲਾਸ ਵਿੱਚ ਕਰ ਚੁੱਕੇ ਹਾਂ। ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ। ਇਸ ਟੌਪਿਕ ਹੈ ਪੈਨਲਟੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਅਗਰ ਇੱਕ ਵਿਅਕਤੀ, ਠੀਕ ਹੈ, ਐਡਵਾਂਸ ਟੈਕਸ ਨਹੀਂ ਭਰਦਾ, ਠੀਕ ਹੈ, ਸਰਕਾਰ ਨੇ ਹਿਦਾਇਤਾਂ ਦਿੱਤੀਆਂ ਹੋਈਆਂ ਕਿ ਤੁਸੀਂ ਜੀ 19 ਤਰੀਕ ਤੱਕ ਅੰਨਾ ਟੈਕਸ ਭਰਨਾ ਵਾ। ਆਪਾਂ ਜਿਵੇਂ ਸਪੋਜ਼ ਕਰ ਲਓ, ਆਪਾਂ ਪਿੱਛੇ ਇੱਕ ਸਲੈਬ ਕੀਤਾ ਸੀ ਕੰਪਨੀ ਅਸੈਸੀ ਦਾ। ਕੀ ਕੀਤਾ ਸੀ? ਕਿਹੜੀ ਤਰੀਕ ਤੱਕ ਅਤੇ ਕਿੰਨਾ % ਟੈਕਸ ਉਹਨੇ ਭਰਨਾ ਵਾ, ਠੀਕ ਹੈ। ਆਪਾਂ ਕੀ ਕੀਤਾ ਸੀ? 15 ਜੂਨ ਤੱਕ ਕਿੰਨਾ ਟੈਕਸ ਭਰਨਾ ਸੀ? 15%। ਫਿਰ 15 ਸਤੰਬਰ ਤੱਕ ਕਿੰਨਾ ਭਰਨਾ ਸੀ? 45%। ਫਿਰ 15 ਦਸੰਬਰ ਤੱਕ ਕਿੰਨਾ ਭਰਨਾ ਸੀ? 75%। ਅਤੇ 15 ਮਾਰਚ ਤੱਕ ਕਿੰਨਾ ਭਰਨਾ ਸੀ? 100%। ਅਗਰ ਇੱਕ ਕੰਪਨੀ ਅਸੈਸੀ ਇਸ ਤਰੀਕਾਂ ਤੱਕ ਟੈਕਸ ਨਹੀਂ ਭਰਦਾ ਜਾਂ ਟੈਕਸ ਭਰਦਾ ਤਾਂ ਹੈ ਲੇਕਿਨ ਉਹਨਾਂ ਦੀ ਹਿਦਾਇਤਾਂ ਦੇ ਅਨੁਸਾਰ ਘੱਟ ਟੈਕਸ ਭਰਦਾ ਵੈ, ਫਿਰ ਉਹਨਾਂ ਨੂੰ ਆਪਾਂ ਕਿੰਨਾ ਫਾਈਨ ਲਗਾਉਣਾ ਹੈ, ਕਿੰਨੀ ਪੈਨਲਟੀ ਲਗਾਉਣੀ ਹੈ, ਠੀਕ ਹੈ। ਇਹ ਸਾਰੀ ਚੀਜ਼ ਆਪਾਂ ਕਿਹਦੇ 'ਚ ਕਰਾਂਗੇ? ਇਸ ਟੌਪਿਕ ਵਿੱਚ ਕਰਾਂਗੇ, ਠੀਕ ਹੈ ਬੇਟਾ। ਹੁਣ ਇਹਦੇ 'ਚ ਦੇਖੋ, ਆਪਾਂ 3 ਕਾਲਮ ਬਣਾਏ ਹੋਏ ਆ। ਪਹਿਲਾ ਕਾਲਮ ਕੀ ਗਾ ਵੈ? ਡੇਟ ਟੈਕਸ ਪੇਡ ਯਾਨੀ ਕਿ ਮਿਤੀ ਅਤੇ ਕਰ ਦਾ ਭੁਗਤਾਨ। ਦੂਸਰਾ ਗਾ ਵੈ ਵਿਆਜ ਦਾ ਦਰ ਅਤੇ ਸਮਾਂ। ਅਤੇ ਤੀਸਰਾ ਕਿੰਨੀ ਅਮਾਊਂਟ 'ਤੇ ਕਿੰਨਾ ਇੰਟਰਸਟ ਲੱਗੇਗਾ, ਠੀਕ ਹੈ ਜੀ। ਹੁਣ ਆਪਾਂ ਪਹਿਲਾ ਪੁਆਇੰਟ ਲੈ ਕੇ ਚੱਲਦੇ ਹਾਂ। ਪਹਿਲਾ ਪੁਆਇੰਟ ਕਹਿੰਦਾ ਵੈ ਕਰ ਨਿਰਧਾਰਨ ਸਾਲ ਵਿੱਚ 15 ਜੂਨ ਤੱਕ ਜੇ ਭੁਗਤਾਨ ਕੀਤਾ ਕਰ ਅਦਾਇਗੀ ਯੋਗ ਅਗੇਤੇ ਕਰ ਦੇ 12% ਤੋਂ ਘੱਟ ਹੋਵੇ, ਠੀਕ ਹੈ ਜੀ। ਹੁਣ ਇਹ ਪਹਿਲਾ ਕਾਲਮ ਕੀ ਕਹਿਣਾ ਚਾਹ ਰਿਹਾ? ਪਹਿਲਾ ਕਾਲਮ ਕਹਿਣਾ ਚਾਹ ਰਿਹਾ ਵੈ ਕਿ ਆਪਾਂ ਅਗਰ ਕੰਪਨੀ ਅਸੈਸੀ ਨੂੰ ਲੈ ਕੇ ਚੱਲਦੇ ਹਾਂ, ਉਹਨਾਂ ਨੇ ਕਿੰਨੀ ਪੇਮੈਂਟ ਕਰਨੀ, ਕਦੋਂ ਪੇਮੈਂਟ ਕਰਨੀ ਸੀ? 15 ਜੂਨ ਤੱਕ ਪੇਮੈਂਟ ਕਰਨੀ ਸੀ। ਅਤੇ ਉਹਨਾਂ ਨੇ ਕਿੰਨੀ ਪੇਮੈਂਟ ਕਰਨੀ ਸੀ? ਉਹਨਾਂ ਨੇ ਪੇਮੈਂਟ ਕਰਨੀ ਸੀ 15% ਤੱਕ। ਲੇਕਿਨ ਕੰਪਨੀ ਨੇ ਕੀ ਕੀਤਾ? 12% ਤੋਂ ਘੱਟ, ਕਿੰਨੇ % ਤੋਂ ਘੱਟ? 12% ਤੋਂ ਘੱਟ ਟੈਕਸ ਜਮ੍ਹਾਂ ਕਰਾਇਆ। ਆਪਾਂ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕਰੋ ਇੱਕ ਕੰਪਨੀ ਨੇ ਟੈਕਸ ਕਿੰਨਾ ਭਰਨਾ ਸੀ? 1 ਲੱਖ ਰੁਪਈਆ। 15 ਜੂਨ ਤੱਕ ਉਹਨਾਂ ਦੀ ਕਿੰਨੀ ਬਣਦੀ ਹੈ? 15,000 ਰੁਪਏ ਕਿਸ਼ਤ ਬਣਦੀ ਹੈ। ਲੇਕਿਨ ਉਸ ਬੰਦੇ ਨੇ ਕੀ ਕੀਤਾ ਵੈ? 12,000 ਤੋਂ ਘੱਟ ਟੈਕਸ ਜਮ੍ਹਾਂ ਕਰਾਇਆ, ਜਾਂ ਤਾਂ ਟੈਕਸ ਜਮ੍ਹਾਂ ਹੀ ਨਹੀਂ ਕਰਾਇਆ ਬਿਲਕੁਲ ਵੀ, ਜਾਂ 12,000 ਤੋਂ ਘੱਟ ਟੈਕਸ ਜਮ੍ਹਾਂ ਕਰਾਇਆ। ਫਿਰ ਉਹਨਾਂ ਨੂੰ ਇੰਟਰਸਟ ਕਿੰਨਾ ਲੱਗੂਗਾ? ਉਹਨਾਂ ਨੂੰ ਲੱਗੂਗਾ 1% ਪਰ ਮੰਥ ਦੇ ਹਿਸਾਬ ਨਾਲ। ਕਿੰਨੇ ਮਹੀਨਿਆਂ ਦਾ? 3 ਮਹੀਨਿਆਂ ਦਾ, ਠੀਕ ਹੈ ਜੀ। ਕਿਉਂ? ਕਿਉਂਕਿ ਪਹਿਲੇ ਕੁਆਟਰ ਵਿੱਚ ਕਿੰਨੇ ਮਹੀਨੇ ਆਉਂਦੇ ਆ? 3 ਮਹੀਨੇ। ਸਾਲ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ? April, May, June। 15 ਜੂਨ ਤੱਕ ਉਹਨਾਂ ਨੇ ਭਰਨਾ ਸੀ, ਓਬਵੀਅਸ ਹੈ ਨਾ, ਉਹਨਾਂ ਨੇ ਨਹੀਂ ਭਰਿਆ, ਠੀਕ ਹੈ। ਅਤੇ ਉਹਨਾਂ ਨੂੰ ਆਪਾਂ ਕਿੰਨਾ ਟੈਕਸ ਲਗਾਵਾਂਗੇ? 3 ਮਹੀਨਿਆਂ ਦਾ ਟੈਕਸ ਲਗਾਵਾਂਗੇ। ਕਿਸ ਰਕਮ 'ਤੇ ਲਗਾਵਾਂਗੇ ਹੁਣ, ਠੀਕ ਹੈ? ਡਿਫਰੈਂਸ ਆਫ 15% ਆਫ ਟੈਕਸ ਐਂਡ ਅਮਾਊਂਟ ਪੇਡ। ਇਹਦਾ ਮਤਲਬ ਕੀ ਹੈ ਕਿ ਸਰਕਾਰ ਦੁਆਰਾ ਕਿਹੜੀ ਹਦਾਇਤ ਦਿੱਤੀ ਗਈ ਸੀ? 15% ਟੈਕਸ ਭਰਨਾ, ਯਾਨੀ ਕਿ ਆਪਾਂ 15,000 ਰੁਪਇਆ ਭਰਨਾ ਸੀ। ਲੇਕਿਨ ਅਮਾਊਂਟ ਪੇਡ ਆਪਾਂ ਕਿੰਨਾ ਭਰਿਆ? ਆਪਾਂ ਸਪੋਜ਼ ਕਰੋ ਆਪਾਂ ਭਰਿਆ 10,000 ਰੁਪਇਆ। ਆਪਾਂ ਕਿੰਨਾ ਭਰਨਾ ਸੀ? ਮਿਨੀਮਮ 12,000 ਰੁਪਇਆ ਭਰਨਾ ਸੀ। ਲੇਕਿਨ ਆਪਾਂ ਕਿੰਨਾ ਭਰਿਆ ਵੈ? 10,000 ਰੁਪਇਆ ਭਰਿਆ ਵੈ। 12,000 ਤੋਂ ਘੱਟ ਹੈਗਾ ਵੈ, 10,000 ਰੁਪਇਆ ਭਰਿਆ ਵੈ। ਇਹ ਦੋਨਾਂ ਦਾ ਡਿਫਰੈਂਸ ਯਾਨੀ ਕਿ 15,000 ਮਾਈਨਸ 10,000, ਉਹਦੇ ਵਿੱਚੋਂ ਕਿ ਜਿਹੜਾ 5,000 ਰੁਪਏ ਹੈਗਾ ਵੈ ਉਹਦੇ ਉੱਪਰ ਸਾਨੂੰ ਟੈਕਸ ਕਹਿੰਦੀ ਆ, ਸਾਨੂੰ ਜਿਹੜਾ ਇੰਟਰਸਟ ਹੈਗਾ ਵੈ ਉਹ ਲੱਗੇਗਾ, ਠੀਕ ਹੈ ਬੇਟਾ। ਇਹ ਤਾਂ ਸੀ ਤੁਹਾਨੂੰ ਮੈਂ ਹਜੇ ਸਿਰਫ ਥਿਊਰੀ ਕਰਾਈ ਆ। ਹੁਣ ਮੈਂ ਤੁਹਾਨੂੰ ਥੱਲੇ ਕਰਾ ਰਹੀ ਹਾਂ ਐਗਜ਼ਾਮਪਲ। ਦੇਖੋ ਆਪਾਂ ਕੀ ਕੀਤਾ? ਅਮਾਊਂਟ ਆਫ ਟੈਕਸ, ਕੰਪਨੀ ਨੇ ਕਿੰਨਾ ਟੈਕਸ ਭਰਨਾ ਵਾ? 1 ਲੱਖ ਰੁਪਈਆ, ਠੀਕ ਹੈ। 15 ਜੂਨ ਤੱਕ ਉਸ ਬੰਦੇ ਨੂੰ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਚਾਹੀਦਾ ਸੀ? 1 ਲੱਖ ਦਾ 15% 15,000 ਰੁਪਈਆ। ਆਪਾਂ ਮੰਨ ਲਿਆ ਉਹ ਬੰਦੇ ਨੇ ਜਮ੍ਹਾਂ ਕਰਵਾਇਆ 12,000, 10,000। ਕਿੰਨਾ ਜਮ੍ਹਾਂ ਕਰਾਇਆ? 10,000 ਰੁਪਈਆ। ਅਤੇ ਹੁਣ ਉਹਨੂੰ ਇੰਟਰਸਟ ਕਿੰਨਾ ਪਏਗਾ? 15,000 ਵਿੱਚੋਂ 10,000 ਮਾਈਨਸ ਕਰ ਦਾਂਗੇ 5,000। ਕਿੰਨਾ % ਪਏਗਾ? 1%, ਯਾਨੀ ਕਿ 1/100। ਅਤੇ ਕਿੰਨੇ ਮਹੀਨਿਆਂ ਵਾਸਤੇ ਪਏਗਾ? 3/12, ਯਾਨੀ ਕਿ 150/12, 12.5 ਰੁਪਏ ਉਹਨਾਂ ਨੂੰ ਇੰਟਰਸਟ
ਪਵੇਗਾ। ਅਗਰ ਸਪੋਜ਼ ਕਰੋ ਬੰਦਾ 12,000 ਰੁਪਏ ਟੈਕਸ ਜਮ੍ਹਾਂ ਕਰਾਉਂਦਾ, ਠੀਕ ਹੈ, 12,000 ਰੁਪਏ ਟੈਕਸ ਕਰਾਉਂਦਾ, ਫਿਰ ਉਹਨੂੰ ਇੰਟਰਸਟ ਨਹੀਂ ਪਊਗਾ। ਲੇਕਿਨ ਅਗਰ ਉਹ 11,999 ਰੁਪਏ ਕਰਾਉਂਦਾ ਵਾ, ਫਿਰ ਉਹਨੂੰ ਕੀ ਪਏਗਾ, ਇੰਟਰਸਟ ਪਏਗਾ, ਯਾਨੀ ਕਿ ਪੈਨਲਟੀ ਪਏਗੀ। ਠੀਕ ਹੈ ਬੇਟਾ। ਇਸ ਤੋਂ ਬਾਅਦ ਆਉਂਦਾ ਵੈ ਸੈਕਿੰਡ ਵਿੱਚ ਆਪਾਂ ਕੀ ਦੇਖ ਰਹੇ ਹਾਂ, ਸੈਕਿੰਡ ਵਿੱਚ ਆਪਾਂ ਦੇਖਦੇ ਹਾਂ ਅਗਰ ਆਪਾਂ ਦੂਸਰੀ ਕਿਸ਼ਤ ਕਦੋਂ ਭਰਨੀ ਹੁੰਦੀ ਹੈ, ਆਪਾਂ ਦੂਸਰੀ ਕਿਸ਼ਤ ਭਰਨੀ ਹੁੰਦੀ ਹੈ 15 ਸਤੰਬਰ ਤੱਕ। ਕਿੰਨੀ ਭਰਨੀ ਹੁੰਦੀ ਹੈ, 45%। ਲੇਕਿਨ ਅਗਰ 15 ਸਤੰਬਰ ਤੱਕ ਇੱਕ ਕੰਪਨੀ 36% ਤੋਂ ਘੱਟ ਭਰਦੀ ਹੈ, ਯਾਨੀ ਕਿ 1 ਲੱਖ ਦਾ 36% ਕਿੰਨਾ ਹੋ ਗਿਆ, 36,000 ਰੁਪਇਆ। ਅਗਰ ਉਸ ਤੋਂ ਘੱਟ ਭਰਦੀ ਹੈ, ਫਿਰ ਵੀ ਉਹਨਾਂ ਨੂੰ ਕਿੰਨਾ ਟੈਕਸ ਜਮ੍ਹਾਂ ਫਿਰ ਵੀ ਉਹਨਾਂ ਨੂੰ ਕਿੰਨਾ ਇੰਟਰਸਟ ਪਊਗਾ, 1% ਪਰ ਮੰਥ ਦੇ ਹਿਸਾਬ ਨਾਲ 3 ਮਹੀਨਿਆਂ ਦਾ ਪਏਗਾ। ਕਿੰਨਾ ਪਊਗਾ, 45% ਦਾ, ਅਤੇ ਜਿੰਨੀ ਅਮਾਊਂਟ ਉਹਨਾਂ ਨੇ ਜਮ੍ਹਾਂ ਕਰਾਈ ਹੈ ਉਹਨਾਂ ਦਾ ਡਿਫਰੈਂਸ ਆਫ 45% ਐਂਡ ਅਮਾਊਂਟ ਪੇਡ, ਯਾਨੀ ਕਿ ਕਿੰਨਾ ਬੰਦਾ ਸੀ 45,000, ਲੇਕਿਨ ਜਮ੍ਹਾਂ ਕਿੰਨਾ ਕਰਾਇਆ, ਘੱਟ ਕਰਾਇਆ ਗਿਆ ਵੈ, ਅਤੇ ਆਪਾਂ ਉਹਨਾਂ ਦਾ ਜੋ ਵੀ ਆਏਗਾ ਡਿਫਰੈਂਸ ਲੈ ਲਾਂਗੇ। ਹੁਣ ਇਹਦੀ ਮੈਂ ਐਗਜ਼ਾਮਪਲ ਕਰਾ ਰਹੀ ਹਾਂ। ਆਪਾਂ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਵਾ ਕੰਪਨੀ ਨੇ, 1 ਲੱਖ ਰੁਪਈਆ। ਕਿੰਨਾ ਟੈਕਸ ਉਹਦਾ ਘੱਟੋ ਘੱਟ ਜਮ੍ਹਾਂ ਕਰਾਉਣਾ ਬੰਦਾ ਸੀ ਨਿਯਮ ਦੇ ਅਨੁਸਾਰ, 36,000। ਅਸਲ ਵਿੱਚ ਕਿੰਨਾ ਜਮ੍ਹਾਂ ਕਰਾਉਣਾ ਚਾਹੀਦਾ ਸੀ, 45,000, ਲੇਕਿਨ ਉਹਨੇ ਟੈਕਸ ਕਿੰਨਾ ਜਮ੍ਹਾਂ ਕਰਾਇਆ, 35,000। ਠੀਕ ਹੈ। ਅਸੂਲਨ ਬੰਦਾ ਸੀ 45,000 ਰੁਪਇਆ ਜਮ੍ਹਾਂ ਕਰਾਉਣਾ, ਲੇਕਿਨ ਸਰਕਾਰ ਕਹਿੰਦੀ ਹੈ ਅਗਰ ਤੁਸੀਂ 45,000 ਨਹੀਂ ਕਰਾ ਸਕੇ, ਘੱਟੋ ਘੱਟ 36,000 ਕਰਾਉਣਾ ਤਾਂ ਬੰਦਾ ਹੀ ਸੀ। ਕਿੰਨਾ, ਯਾਨੀ ਕਿ 36%, 36,000 ਰੁਪਇਆ ਕਰਾਉਣਾ ਤਾਂ ਬੰਦਾ ਹੀ ਬੰਦਾ ਸੀ। ਠੀਕ ਹੈ, ਲੇਕਿਨ ਤੁਸੀਂ 36,000 ਵੀ ਨਹੀਂ ਕਰਾਇਆ, ਤੁਸੀਂ ਕਿੰਨਾ ਕਰਾਇਆ, 35,000 ਰੁਪਇਆ। ਹੁਣ ਤੁਹਾਨੂੰ ਕਿਹਦੇ 'ਤੇ ਵਿਆਜ ਪਏਗੀ, 45,000 ਮਾਈਨਸ 35,000, 10,000 ਰੁਪਇਆ। 10,000 ਤੁਸੀਂ ਘੱਟ ਜਮ੍ਹਾਂ ਕਰਾ ਰਹੇ ਹੋ, ਅਤੇ ਤੁਹਾਨੂੰ ਵਿਆਜ ਕਿੰਨੀ ਪਏਗੀ, 10,000 ਮਲਟੀਪਲਾਈ ਬਾਏ 1/100, ਯਾਨੀ ਕਿ ਪਹਿਲੇ ਸਾਨੂੰ ਕਿੰਨੀ ਰਕਮ ਹੋ ਗਈ, 10,000 ਮਲਟੀਪਲਾਈ ਬਾਏ ਇੰਟਰਸਟ ਕਿੰਨਾ ਹੋਇਆ, 1%, 1/100 ਮਲਟੀਪਲਾਈ ਬਾਏ ਕਿੰਨੇ ਮਹੀਨੇ, 3 ਮਹੀਨਿਆਂ ਵਾਸਤੇ 3/3 ਡਿਵਾਈਡਡ ਬਾਏ 12, ਯਾਨੀ ਕਿ 25 ਰੁਪਏ ਇਹਨਾਂ ਨੂੰ ਕੀ ਪਏਗਾ, ਇੰਟਰਸਟ ਪਏਗਾ। ਠੀਕ ਹੈ ਜੀ। ਇਸ ਤੋਂ ਬਾਅਦ ਤੀਸਰੀ ਆਪਾਂ ਕਦੋਂ ਜਮ੍ਹਾਂ ਕਰਾਉਣਾ ਹੁੰਦਾ ਵੈ, ਆਪਾਂ ਜਮ੍ਹਾਂ ਕਰਾਉਣਾ ਹੁੰਦਾ ਵੈ 15 ਦਸੰਬਰ ਤੱਕ। 15 ਦਸੰਬਰ ਤੱਕ ਆਪਾਂ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਹੁੰਦਾ ਹੈ, 75%। ਅਤੇ ਅਗਰ ਉਹ ਇਸ ਟਾਈਮ 'ਤੇ ਹੁਣ ਉਹ ਕਹਿੰਦੇ ਹੈ ਕਿ ਤੁਹਾਨੂੰ 75% ਟੈਕਸ ਜਮ੍ਹਾਂ ਕਰਾਉਣਾ ਜ਼ਰੂਰੀ ਹੈ। ਪਹਿਲੇ ਦੋ ਵਿੱਚ ਆਪਾਂ ਕੀ ਕੀਤਾ ਸੀ, 15 ਸੀ ਲੇਕਿਨ ਘੱਟੋ ਘੱਟ 12 ਕਰਾਓ, 45 ਸੀ ਲੇਕਿਨ ਘੱਟੋ ਘੱਟ 36 ਕਰਾਓ, ਅਤੇ ਤੀਸਰੇ ਵਿੱਚ ਹੈਗਾ ਵੈ 75% ਹੈ, ਅਤੇ ਤੁਹਾਡਾ ਪੂਰਾ 75 ਦਾ 75% ਹੀ ਜਮ੍ਹਾਂ ਹੋਣਾ ਚਾਹੀਦਾ ਵੈ। ਅਗਰ ਤੁਸੀਂ ਉਹਨੂੰ ਜਮ੍ਹਾਂ ਨਹੀਂ ਕਰਾਉਂਦੇ ਤਾਂ ਤੁਹਾਨੂੰ ਕਿੰਨਾ ਪਊਗਾ, 1% ਪਰ ਮੰਥ 3 ਮਹੀਨਿਆਂ ਦੇ ਹਿਸਾਬ ਨਾਲ। ਠੀਕ ਹੈ ਜੀ। ਫਿਰ ਆਪਾਂ ਐਗਜ਼ਾਮਪਲ ਨਾਲ ਕਰਦੇ ਹਾਂ। ਕੰਪਨੀ ਨੇ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਸੀ, 1 ਲੱਖ ਰੁਪਇਆ। ਠੀਕ ਹੈ। 31 ਦਸੰਬਰ ਤੱਕ ਉਹਦਾ ਕਿੰਨਾ ਜਮ੍ਹਾਂ ਕਰਾਉਣਾ ਬੰਦਾ ਸੀ, 75,000, ਯਾਨੀ ਕਿ 1 ਲੱਖ ਦਾ 75% ਕੀਤਾ, ਮਲਟੀਪਲਾਈ ਬਾਈ 75 ਡਿਵਾਈਡਡ ਬਾਈ 100, ਸਾਨੂੰ ਕਿੰਨਾ ਜਮ੍ਹਾਂ ਕਰਾਉਣਾ ਚਾਹੀਦਾ ਸੀ, 75,000 ਰੁਪਇਆ। ਲੇਕਿਨ ਆਪਾਂ ਜਮ੍ਹਾਂ ਕਿੰਨਾ ਕਰਾਇਆ, 70,000, ਅਤੇ ਕਿੰਨੇ ਉੱਪਰ ਵਿਆਜ ਲੱਗੇਗਾ ਸਾਨੂੰ, 75,000 ਮਾਈਨਸ 70,000 ਈਕੁਅਲਸ ਟੂ 5,000। ਹੁਣ ਇੰਟਰਸਟ ਕਿੰਨਾ ਲੱਗੇਗਾ, 5,000 ਮਲਟੀਪਲਾਈ ਬਾਈ 1 ਡਿਵਾਈਡਡ ਬਾਈ 100 ਮਲਟੀਪਲਾਈ ਬਾਈ 3 ਡਿਵਾਈਡਡ ਬਾਈ 12, ਯਾਨੀ ਕਿ ਰਕਮ ਕਿੰਨੀ ਹੈਗੀ ਹੈ ਸਾਡੀ, 5,000, ਅਤੇ ਇੰਟਰਸਟ ਕਿੰਨਾ ਹੈਗਾ ਸਾਡਾ 1%, ਅਤੇ ਕਿੰਨੇ ਮਹੀਨਿਆਂ ਵਾਸਤੇ, 3 ਮਹੀਨਿਆਂ ਵਾਸਤੇ, ਅਤੇ ਕਿੰਨਾ ਬਣ ਗਿਆ ਸਾਡਾ 12.5 ਰੁਪਏ। ਠੀਕ ਹੈ ਜੀ। ਇੱਦਾਂ ਹੀ ਸਾਡੀ ਆਏਗੀ ਚੌਥੀ ਸਲਾਈਡ। ਚੌਥੀ 'ਚ ਆਪਾਂ ਕਿੰਨਾ ਜਮ੍ਹਾਂ ਕਰਾਉਣਾ ਸੀ, 15 ਮਾਰਚ ਤੱਕ ਆਪਾਂ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਸੀ, 100%। ਠੀਕ ਹੈ। ਲੇਕਿਨ ਆਪਾਂ 100% ਕਰਾਉਣਾ ਹੁੰਦਾ ਹੈ, ਅਤੇ ਇਹਦੇ ਵਿੱਚ ਵੀ ਸਾਡਾ ਪੂਰਾ ਉਹੀ ਹੈਗਾ ਵਾ ਕਿ 100% ਹੀ ਜਮ੍ਹਾਂ ਹੋਣਾ ਚਾਹੀਦਾ ਵੈ। ਠੀਕ ਹੈ। ਅਗਰ ਤੁਸੀਂ ਨਹੀਂ ਕਰਾਉਂਦੇ ਤਾਂ ਤੁਹਾਨੂੰ ਕਿੰਨਾ ਕਰਾਉਣਾ ਪਏਗਾ, 1% ਪਰ ਮੰਥ ਦੇ ਹਿਸਾਬ ਨਾਲ 3 ਮਹੀਨਿਆਂ ਵਾਸਤੇ। ਠੀਕ ਹੈ ਜੀ। ਹੁਣ ਉਹੀ ਐਗਜ਼ਾਮਪਲ ਲੈ ਲਓ, ਟੈਕਸ ਤੁਸੀਂ ਕਿੰਨਾ ਜਮ੍ਹਾਂ ਬਣਦਾ ਵਾ ਕੰਪਨੀ ਦਾ, 1 ਲੱਖ ਰੁਪਇਆ। ਕਿੰਨਾ ਜਮ੍ਹਾਂ ਕਰਾਉਣਾ ਚਾਹੀਦਾ ਸੀ, 1 ਲੱਖ ਹੀ ਜਮ੍ਹਾਂ ਹੋਣਾ ਚਾਹੀਦਾ ਵਾ, ਲੇਕਿਨ ਤੁਸੀਂ ਜਮ੍ਹਾਂ ਕਿੰਨਾ ਕਰਾਇਆ, 90,000 ਜਮ੍ਹਾਂ ਕਰਾਇਆ। ਠੀਕ ਹੈ। ਹੁਣ ਤੁਹਾਨੂੰ ਵਿਆਜ ਕਿਸ ਰਕਮ ਉੱਪਰ ਪਏਗੀ, 1 ਲੱਖ ਮਾਈਨਸ 90,000 ਈਕੁਅਲਸ ਟੂ 10,000। ਠੀਕ ਹੈ ਜੀ। ਹੁਣ ਜਿਹੜਾ ਇੰਟਰਸਟ ਹੈ 10,000 ਕਿੰਨਾ ਪਏਗਾ, 1% ਕਿੰਨੇ ਦੇਰ ਵਾਸਤੇ ਪਏਗਾ, 3 ਮਹੀਨਿਆਂ ਵਾਸਤੇ ਪਏਗਾ। 10,000 ਮਲਟੀਪਲਾਈ ਬਾਈ 1 ਡਿਵਾਈਡਡ ਬਾਈ 100, ਇਹ ਹੋ ਗਿਆ ਸਾਡਾ ਇੰਟਰਸਟ, ਮਲਟੀਪਲਾਈ ਬਾਈ 3 ਡਿਵਾਈਡਡ ਬਾਈ 12। ਸੌਰੀ ਬੇਟਾ, ਇੱਥੇ ਨਾ ਗਲਤੀ ਹੋ ਗਈ ਹੈ, ਇੱਥੇ ਮੈਂ 100 ਲਿਖਤਾ ਵਾ, ਇੱਥੇ ਆਉਣਾ ਸੀ 3 ਡਿਵਾਈਡਡ ਬਾਈ 12। ਠੀਕ ਹੈ ਜੀ। ਇਹਨੂੰ ਤੁਸੀਂ ਜ਼ਰਾ ਠੀਕ ਕਰ ਲੈਣਾ, ਮੈਂ ਥੋੜ੍ਹੀ ਜਿਹੀ ਗਲਤੀ ਕਰ ਗਈ ਹਾਂ ਇੱਥੇ। 3 ਡਿਵਾਈਡਡ ਬਾਈ 12 ਕਰਕੇ ਜੋ ਵੀ ਆਨਸਰ ਆਏਗਾ ਉਹ ਸਾਡਾ ਕੀ ਹੋ ਜਾਏਗਾ, ਆਪਾਂ ਇੰਟਰਸਟ ਪੇ ਕੀਤਾ। ਠੀਕ ਹੈ ਬੇਟਾ।
ਇਹ ਸਮਝ ਆ ਗਿਆ। ਇਹ ਸੀ ਸਾਡਾ ਕੰਪਨੀ ਅਸੈਸੀ ਵੱਲੋਂ ਪੈਨਲਟੀ ਦਾ ਪਾਰਟ। ਹੁਣ ਗਵਰਨਮੈਂਟ ਅਸੈਸੀ ਦਾ ਵੈ, ਗਵਰਨਮੈਂਟ ਅਸੈਸੀ ਦਾ ਵੀ ਸੇਮ ਚੀਜ਼ ਹੈਗੀ ਹੈ, ਸਿਰਫ ਇਹਨਾਂ ਦੀਆਂ ਤਰੀਕਾਂ 'ਚ ਫਰਕ ਹੈਗਾ। ਮੈਂ ਤੁਹਾਨੂੰ ਕਰਾਇਆ ਸੀ 30 ਜੂਨ ਤੱਕ ਉੱਦਾਂ ਹੀ 12% ਵਾਲਾ ਹਿਸਾਬ ਹੈ। ਅਗਰ 30 ਜੂਨ ਤੱਕ ਆਪਾਂ 15% ਜਮ੍ਹਾਂ ਕਰਾਉਣਾ ਸੀ, ਲੇਕਿਨ ਕਿੰਨਾ ਘੱਟੋ ਘੱਟ ਉਹਨਾਂ ਤੁਸੀਂ ਤੁਹਾਡਾ ਜਮ੍ਹਾਂ ਕਰਾਉਣਾ ਬੰਦਾ ਸੀ 12%। 30 ਸਪਟੈਂਬਰ ਤੱਕ ਤੁਹਾਡਾ 45% ਜਮ੍ਹਾਂ ਕਰਾਉਣਾ ਬੰਦਾ ਸੀ, ਲੇਕਿਨ ਤੁਸੀਂ ਕਿੰਨਾ ਕਰਾਇਆ ਵੈ 36। ਫਿਰ 31 ਦਸੰਬਰ ਤੱਕ ਤੁਹਾਨੂੰ ਕਿੰਨਾ ਜਮ੍ਹਾਂ ਕਰਾਉਣਾ ਚਾਹੀਦਾ ਸੀ 75%, ਲੇਕਿਨ ਤੁਸੀਂ ਉਸ ਤੋਂ ਘੱਟ ਕਰਾ ਰਹੇ ਹੋ। ਅਤੇ ਅਗਰ 31 ਮਾਰਚ ਤੱਕ ਵੀ 100% ਕਰਾਉਣਾ ਚਾਹੀਦਾ ਸੀ, ਲੇਕਿਨ ਤੁਸੀਂ ਪੂਰਾ ਨਹੀਂ ਕਰਾਇਆ, ਤੁਸੀਂ ਕਿੰਨਾ ਕਰਾ ਰਹੇ ਹੋ ਘੱਟ ਕਰਾ ਰਹੇ ਹੋ, ਅਤੇ ਸੇਮ ਉੱਦਾਂ ਹੀ 1% ਪਰ ਮੰਥ 3 ਮਹੀਨਿਆਂ ਵਾਸਤੇ ਤੁਹਾਨੂੰ ਕੀ ਪਏਗਾ ਵਿਆਜ ਪਏਗਾ। ਇਹ ਸੀ ਸਾਡਾ ਗਵਰਨਮੈਂਟ ਅਸੈਸੀ ਲਈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਸਾਡਾ ਨੋਨ ਕੰਪਨੀ ਅਸੈਸੀ ਲਈ, ਠੀਕ ਹੈ। ਨੋਨ ਕੰਪਨੀ ਅਸੈਸੀ ਲਈ ਤੁਹਾਡੀਆਂ ਜਿਹੜੀਆਂ ਅਮਾਊਂਟਸ ਹੈਗੀਆਂ ਵੈ ਉਹ ਸਾਰੀਆਂ ਸੇਮ ਹੀ ਹੈਗੀਆਂ ਵੈ। ਇਹਦੇ ਵਿੱਚ ਕੋਈ ਉਹ ਨਹੀਂ ਗਾ ਕਿ ਜਿਵੇਂ ਆਪਾਂ ਕੰਪਨੀ ਅਸੈਸੀ 'ਚ ਨੋਨ ਕੰਪਨੀ 'ਚ ਕੀਤਾ ਸੀ 15% ਚਾਹੀਦਾ ਵੈ ਅਤੇ ਤੁਹਾਡਾ 12 ਹੋਣਾ ਚਾਹੀਦਾ ਵੈ, ਨਹੀਂ। ਉਹਨਾਂ ਨੇ ਸਿੰਪਲ ਤੇ ਫੰਡਾ ਰੱਖਿਆ ਵੈ ਕਿ ਹਾਂਜੀ 30% ਜਮ੍ਹਾਂ ਕਰਾਉਣਾ ਚਾਹੀਦਾ ਸੀ ਅਤੇ ਤੁਹਾਡਾ ਪੂਰਾ ਦਾ ਪੂਰਾ ਜਮ੍ਹਾਂ ਹੋਣਾ ਚਾਹੀਦਾ ਵੈ। ਇਹਦੇ 'ਚ ਕੀ ਗਾ ਵੈ 15 ਸਤੰਬਰ ਤੱਕ ਅਗਰ ਤੁਸੀਂ 30% ਤੋਂ ਘੱਟ ਰਕਮ ਜਮ੍ਹਾਂ ਕਰਾਉਂਦੇ ਹੋ ਤਾਂ ਤੁਹਾਨੂੰ ਕਿੰਨਾ, ਹਾਂਜੀ ਬੇਟਾ ਆਪਾਂ ਕਰ ਰਹੇ ਸੀ 15 ਸਪਟੈਂਬਰ ਤੱਕ 30% ਤੋਂ ਘੱਟ ਜਮ੍ਹਾਂ ਕਰਵਾਈ ਗਈ ਹੋਵੇ, ਠੀਕ ਹੈ। ਅਤੇ ਆਪਾਂ ਕਿੰਨਾ ਇੰਟਰਸਟ ਪੇ ਕਰਨਾ ਵਾ 1% ਪਰ ਮੰਥ 3 ਮਹੀਨਿਆਂ ਵਾਸਤੇ, ਠੀਕ ਹੈ ਜੀ। ਉੱਦਾਂ ਹੀ ਹੈ ਕਿ ਤੁਹਾਡਾ 30% ਹੀ ਟੈਕਸ ਜਮ੍ਹਾਂ ਹੋਣਾ ਚਾਹੀਦਾ ਵਾ। 15 ਦਸੰਬਰ ਤੱਕ ਤੁਹਾਨੂੰ ਕਿੰਨਾ ਟੈਕਸ ਜਮ੍ਹਾਂ ਕਰਾਉਣਾ ਚਾਹੀਦਾ ਸੀ 60%। ਅਗਰ ਤੁਸੀਂ 60% ਤੋਂ ਘੱਟ ਜਮ੍ਹਾਂ ਕਰਵਾਇਆ ਵਾ ਤਾਂ ਤੁਹਾਨੂੰ ਕਿੰਨਾ ਪਏਗਾ 1% ਪਰ ਮੰਥ ਦੇ ਹਿਸਾਬ ਨਾਲ 3 ਮਹੀਨਿਆਂ ਵਾਸਤੇ। ਇਸ ਤਰ੍ਹਾਂ ਹੀ 15 ਮਾਰਚ ਤੱਕ ਅਗਰ ਤੁਸੀਂ 100% ਟੈਕਸ ਜਮ੍ਹਾਂ ਕਰਾਉਣਾ ਸੀ, ਲੇਕਿਨ ਤੁਸੀਂ 100% ਟੈਕਸ ਜਮ੍ਹਾਂ ਨਹੀਂ ਕਰਵਾ ਪਾਏ, ਠੀਕ ਹੈ, ਫਿਰ ਤੁਹਾਨੂੰ ਕਿੰਨਾ ਕਰਵਾਉਣਾ ਪਊਗਾ 1% ਪਰ ਮੰਥ ਦੇ ਹਿਸਾਬ ਨਾਲ 3 ਮਹੀਨਿਆਂ ਵਾਸਤੇ ਤੁਹਾਨੂੰ ਵਿਆਜ ਲੱਗੇਗੀ, ਠੀਕ ਹੈ ਬੇਟਾ। ਇਸ ਤੋਂ ਬਾਅਦ ਸਾਡਾ ਇਹ ਲਾਸਟ ਟੌਪਿਕ ਹੈ। ਇਹਦੇ ਵਿੱਚ ਹੈਗਾ ਵੈ ਹੁਣ ਤੱਕ ਆਪਾਂ ਕੀਤਾ ਸੀ ਕਿ ਅਗਰ ਆਪਾਂ ਘੱਟ ਟੈਕਸ ਜਮ੍ਹਾਂ ਕਰਾ ਰਹੇ ਹਾਂ ਤਾਂ ਸਰਕਾਰ ਸਾਡੇ ਕੋਲ ਇੰਟਰਸਟ ਲੈਂਦੀ ਪਈ ਹੈ। ਇਹਦੇ ਵਿੱਚ ਆਪਾਂ ਕਰਾਂਗੇ ਅਗਰ ਅਸੀਂ ਸਪੋਜ਼ ਕਰੋ ਅਸੀਂ ਕੀ ਕੀਤਾ ਐਡਵਾਂਸ ਟੈਕਸ ਜ਼ਿਆਦਾ ਜਮ੍ਹਾਂ ਕਰਾ ਦਿੱਤਾ, ਠੀਕ ਹੈ ਜੀ। ਅਗਰ ਆਪਾਂ ਟੈਕਸ ਨੂੰ ਕੀ ਕਰ ਰਹੇ ਹਾਂ ਜ਼ਿਆਦਾ ਜਮ੍ਹਾਂ ਕਰਵਾ ਰਹੇ ਹਾਂ, ਫਿਰ ਕੀ ਹੋਏਗਾ। ਅਗਰ ਅਸੈਸੀ ਸਪੋਜ਼ ਕਰੋ ਕਿੰਨਾ ਅਗਰ ਐਡਵਾਂਸ ਟੈਕਸ ਉਹਦਾ ਬੰਦਾ ਸੀ 1 ਲੱਖ ਰੁਪਈਆ, ਠੀਕ ਹੈ, ਅਤੇ ਉਹ 1 ਲੱਖ ਤੋਂ 10% ਜ਼ਿਆਦਾ ਜਮ੍ਹਾਂ ਕਰਵਾ ਦਿੰਦਾ ਵੈ ਤਾਂ ਸਰਕਾਰ ਕੀ ਕਰੇਗੀ ਉਲਟਾ ਉਹਨਾਂ ਨੂੰ ਵਿਆਜ ਦੇਗੀ, ਠੀਕ ਹੈ। ਹੁਣ ਐਗਜ਼ਾਮਪਲ ਲਵੋ, ਸਪੋਜ਼ ਕਰੋ ਤੁਸੀਂ ਕੀ ਕੀਤਾ 1 ਲੱਖ ਰੁਪਇਆ ਜਮ੍ਹਾਂ ਕਰਾਉਣਾ ਸੀ, ਲੇਕਿਨ ਤੁਸੀਂ ਕੀ ਕੀਤਾ ਤੁਹਾਡਾ ਘੱਟੋ ਘੱਟ 10% ਵੱਧ ਜਮ੍ਹਾਂ ਹੋਣਾ ਚਾਹੀਦਾ ਵੈ। 1 ਲੱਖ ਦਾ 10% ਕਿੰਨਾ ਹੋ ਜਾਂਦਾ ਵੈ 10,000, ਯਾਨੀ ਕਿ ਤੁਹਾਡਾ ਘੱਟੋ ਘੱਟ 1,10,000 ਰੁਪਇਆ ਜਾਣਾ ਚਾਹੀਦਾ। ਤੁਸੀਂ ਸਪੋਜ਼ ਕਰੋ ਜਮ੍ਹਾਂ ਕਰਾਤਾ 1,15,000 ਰੁਪਇਆ, ਯਾਨੀ ਕਿ 10% ਤੋਂ ਵੱਧ ਹੈ। ਤਾਂ ਜਿਹੜੀ ਵਧੀ ਹੋਈ ਰਕਮ ਹੈ, ਆਪਾਂ ਕਿੰਨੀ ਵਧੀ ਹੋਈ ਰਕਮ ਹੈਗੀ ਸਾਡੀ 15,000, ਉਹ 15,000 ਵਿੱਚ, ਠੀਕ ਹੈ, ਸਰਕਾਰ ਸਾਨੂੰ 6% ਦੇ ਹਿਸਾਬ ਨਾਲ ਸਾਨੂੰ ਕੀ ਦੇਗੀ ਵਿਆਜ ਦੇਗੀ, ਠੀਕ ਹੈ। ਹੁਣ ਇਹ ਦੇਖੋ ਅਸੈਸੀ ਦੁਆਰਾ ਜੇ ਆਮਦਨ ਕਰ ਦੇ ਅਗੇਤੇ ਭੁਗਤਾਨ ਦੀ ਅਦਾਇਗੀ ਬੰਦੀ ਰਕਮ ਤੋਂ ਜ਼ਿਆਦਾ ਕਰ ਦਿੱਤੀ ਜਾਂਦੀ ਹੈ, ਮਤਲਬ ਕਿ ਆਪਾਂ ਕੀ ਕਰਦੇ ਹਾਂ ਐਡਵਾਂਸ ਟੈਕਸ ਜ਼ਿਆਦਾ ਜਮ੍ਹਾਂ ਕਰਾ ਦਿੰਦੇ ਹਾਂ, ਤਾਂ ਇਸ ਰਕਮ ਦੇ ਕੁੱਲ ਦੇਣਦਾਰੀ ਤੋਂ 10% ਤੋਂ ਵੱਧ ਹੋਣ 'ਤੇ, ਮਤਲਬ ਕੀ ਆ ਅਗਰ 1 ਲੱਖ ਹੈ ਅਤੇ ਉਹਦਾ 10% ਜ਼ਿਆਦਾ ਜਮ੍ਹਾਂ ਕਰਾਇਆ ਵਾ 1,10,000 ਰੁਪਇਆ ਜਮ੍ਹਾਂ ਕਰਾਇਆ ਵਾ, ਅਤੇ ਆਮਦਨ ਕਰ ਦੇ ਵਿਭਾਗ 6% ਸਾਲਾਨਾ ਦੇ ਦਰ ਨਾਲ ਅਸੈਸੀ ਨੂੰ ਵਿਆਜ ਅਦਾ ਕਰੇਗਾ। ਯਾਨੀ ਕਿ ਜਿੰਨੇ ਮਹੀਨਿਆਂ ਵਾਸਤੇ ਆਪਾਂ ਜ਼ਿਆਦਾ ਜਮ੍ਹਾਂ ਕਰਾਇਆ ਹੋਏਗਾ, ਠੀਕ ਹੈ, 6% ਸਾਲਾਨਾ ਦੇ ਹਿਸਾਬ ਨਾਲ ਸਾਨੂੰ ਕੀ ਕਰੇਗੀ ਸਰਕਾਰ ਜ਼ਿਆਦਾ ਪੈਸੇ ਵਾਪਸ ਕਰੇਗੀ। ਯਾਨੀ ਕਿ ਅਗਰ ਆਪਾਂ 15,000 ਰੁਪਇਆ ਵਾ ਤਾਂ ਸਾਨੂੰ ਜ਼ਿਆਦਾ ਪੈਸੇ ਵਾਪਸ ਹੋ ਕੇ ਆਉਣਗੇ, ਕਿਉਂਕਿ ਸਾਨੂੰ ਵਿਆਜ ਮਿਲੇਗੀ ਉਹਦੇ ਉੱਤੇ। ਅਗਰ ਸਰਕਾਰ ਸਾਡੇ ਕੋਲ ਘੱਟ ਪੈਸੇ ਜਮ੍ਹਾਂ ਕਰਾਉਣ ਦੇ ਅਗਰ ਵਿਆਜ ਲੈ ਰਹੀ ਹੈ, ਅਤੇ ਅਗਰ ਆਪਾਂ ਉਹਨੂੰ ਜ਼ਿਆਦਾ ਪੈਸੇ ਦਿੱਤੇ ਆ ਤਾਂ ਸਾਨੂੰ ਉਹਦੇ 'ਤੇ ਵਿਆਜ ਵੀ ਮਿਲਣੀ ਚਾਹੀਦੀ ਹੈ ਨਾ, ਠੀਕ ਹੈ। ਉਹ ਸਾਨੂੰ ਕੀ ਕਰ ਰਹੀ ਹੈ 6% ਦੇ ਹਿਸਾਬ ਨਾਲ ਸਾਨੂੰ ਵਾਪਸ ਕਰੇਗੀ ਵਿਆਜ ਦੇ ਨਾਲ, ਠੀਕ ਹੈ ਬੇਟਾ। ਇਹ ਸੀ ਸਾਡਾ ਪੂਰਾ ਦਾ ਪੂਰਾ ਚੈਪਟਰ ਐਡਵਾਂਸ ਟੈਕਸ ਦਾ, ਠੀਕ ਹੈ। ਅਗਰ ਤੁਹਾਨੂੰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਵੇ ਤਾਂ ਮੈਨੂੰ ਮੈਸੇਜ ਕਰਕੇ ਪ੍ਰੋਬਲਮ ਪੁੱਛ ਸਕਦਾ। ਥੈਂਕ ਯੂ।